ਦਾ ਵਿਸ਼ਾ ਦੱਸ ਦਿਓ ਜੀ ਕੀ ਹੈ। ਵਿਸ਼ਾ ਜਿਹੜਾ ਹੈਗਾ ਜੀ, ਅੱਜ ਇੱਕ ਸਾਡੇ ਪਟਿਆਲੇ ਦਾ ਸਭ ਤੋਂ ਬਹੁਤ ਵੱਡਾ ਜ਼ਿੰਮੇਵਾਰੀ ਵਾਲਾ ਕੰਮ ਸੀਗਾ ਡੇਅਰੀ ਸ਼ਿਫਟਿੰਗ ਦਾ। ਜਿਹੜਾ ਪ੍ਰੋਜੈਕਟ ਸਾਡਾ 10 ਫਰਵਰੀ 2005 ਨੂੰ ਜਿਹੜਾ ਸ਼ੁਰੂ ਹੋਇਆ, ਮਤਾ ਨੰਬਰ 85/10/2005 ਨੂੰ ਪਾਸ ਹੋਣ ਦੇ ਉਪਰੰਤ ਜਿਹੜਾ 2018 ਦੇ ਵਿੱਚ, ਜਿਹਦੇ ਵਿੱਚ 19 ਦੇ ਵਿੱਚ ਜਿਹੜਾ ਮਾਸਟਰ ਪਲਾਨ ਦੀ ਅਮੈਂਡਮੈਂਟ ਤੋਂ ਬਾਅਦ 22 ਦੇ ਵਿੱਚ ਜਾ ਕੇ ਅਸੀਂ ਇਸ ਪ੍ਰੋਜੈਕਟ ਨੂੰ ਕੰਪਲੀਟ ਕੀਤਾ। ਲਗਭਗ 17 ਸਾਲ ਜਿਹੜੇ ਇਸ ਪ੍ਰੋਜੈਕਟ ਨੂੰ ਪੂਰਾ ਕਰਨ ਦੇ ਵਿੱਚ ਲੱਗ ਗਏ। ਪਟਿਆਲੇ ਦੇ ਵਿੱਚ ਇਸ ਪ੍ਰੋਜੈਕਟ ਦੇ ਨਾਲ ਹਰੇਕ ਸ਼ਹਿਰੀ ਦਾ ਜਿਹੜਾ ਜੀਵਨ ਜੁੜਿਆ ਪਿਆ। ਬਰਸਾਤ ਦੇ ਪਾਣੀ ਨੂੰ ਬਾਹਰ ਕੱਢਣ ਦਾ ਕੋਈ ਵੀ ਉਚੇਚਾ ਪ੍ਰਬੰਧ ਨਹੀਂ ਕੀਤਾ ਗਿਆ, ਕਿਉਂਕਿ ਸ਼ਹਿਰ ਜਦੋਂ ਵਸਿਆ ਸੀ ਪਹਿਲਾਂ ਸੀਵਰ ਦੀ ਲਾਈਨ ਪੈਂਦੀ ਹੈ, ਸਟੋਰਮ ਵਾਟਰ ਦੀ ਲਾਈਨ ਪਹਿਲਾਂ ਪੈਂਦੀ ਹੈ, ਸੀਵਰ ਦੀ ਬਾਅਦ 'ਚ ਉਰੇ ਪਾਇਆ ਨਹੀਂ ਗਿਆ। ਸ਼ਹਿਰ ਪਹਿਲਾਂ ਵਸ ਗਿਆ, ਬਰਸਾਤ ਦੇ ਪਾਣੀ ਨੂੰ ਸੀਵਰ ਦੇ ਪਾਣੀ ਨਾਲ, ਸੀਵਰ ਦੀ ਲਾਈਨ ਨਾਲ ਹੀ ਕੱਢਿਆ ਜਾਂਦਾ। 15 ਕਰੋੜ ਰੁਪਏ ਦੀ ਲਾਗਤ ਨਾਲ ਸੀਵਰ ਨੂੰ ਸਾਫ਼ ਕਰਾਇਆ ਗਿਆ। 18 ਸਾਲ ਪੁਰਾਣੇ ਇਸ ਪ੍ਰੋਜੈਕਟ ਨੂੰ ਜਿਹੜਾ ਸੀਗਾ ਕੰਪਲੀਟ ਕੀਤਾ। ਤੁਸੀਂ ਇੱਧਰ ਜਿਹੜਾ ਸਾਡੇ ਹੈਗਾ ਇਨਕੰਬੈਂਸੀ ਬੋਰਡ ਹੈ, ਇਹਦੇ ਉੱਪਰ ਦੇਖ ਸਕਦੇ ਹੋ 6 ਮੇਅਰ ਜਿਹੜੇ ਹੈਗੇ ਕੰਮ ਕਰ ਚੁੱਕੇ। ਤੇ ਅੱਜ ਜਦੋਂ ਪ੍ਰੋਜੈਕਟ ਨੂੰ ਸ਼ਿਫਟ ਕਰਨ ਦਾ ਸਮਾਂ ਆਇਆ ਤਾਂ ਉਸ ਸਮੇਂ ਮੁੱਖ ਮੰਤਰੀ ਪੰਜਾਬ ਦੁਆਰਾ ਇੱਕ ਜਵਾਨੀ ਹੁਕਮ ਦੇ ਕੇ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਇਸ ਪ੍ਰੋਜੈਕਟ ਨੂੰ ਰੋਕ ਦਿੱਤਾ ਜਾਂਦਾ, ਜੋ ਕਿ ਇੱਕ ਗੈਰ ਸੰਵਿਧਾਨਿਕ ਤਰੀਕਾ, ਇੱਕ ਗੈਰ ਸੰਵਿਧਾਨਿਕ ਫੈਸਲਾ, ਜਿਹਦਾ ਨੁਕਸਾਨ ਪਟਿਆਲੇ ਦੀ ਲਗਭਗ 6 ਲੱਖ ਜਨਤਾ ਨੂੰ ਤੇ 15 ਕਰੋੜ ਰੁਪਏ ਜਿਹੜਾ ਅਸੀਂ ਸੀਵਰ ਦੀ ਸਫਾਈ ਨੂੰ ਵਰਤਿਆ ਉਹਦੇ ਵਿੱਚ ਖਰਾਬ ਹੋਇਆ। ਇਹਦੇ ਵਾਸਤੇ ਜੋ ਅੱਜ ਮੌਜੂਦਾ ਸਾਡੇ ਭੀਮ ਰਾਓ ਅੰਬੇਦਕਰ ਜੀ ਦੁਆਰਾ ਲਿਖਿਤ ਦੁਨੀਆ ਦਾ ਜਿਹੜਾ ਸਭ ਤੋਂ ਵੱਡਾ ਸੰਵਿਧਾਨ ਹੈ, ਜਿਹਨੂੰ ਸਾਨੂੰ ਮਾਣ ਹੈ ਸੰਵਿਧਾਨ ਦੇ ਉੱਪਰ, ਉਸ ਨੂੰ ਜਦੋਂ ਲਾਗੂ ਕਰਨ ਦੀ ਗੱਲ ਆਉਂਦੀ ਹੈ ਤੇ ਜਿਸ ਤਰੀਕੇ ਦੇ ਨਾਲ ਕਾਨੂੰਨ ਦੇ ਵਿੱਚ ਲਾਗੂ ਕਰਨ ਦੀ ਗੱਲ ਆਉਂਦੀ ਹੈ ਤਾਂ ਉੱਥੇ ਜੋ ਸਿਸਟਮ ਗਵਰਨਮੈਂਟ ਦੁਆਰਾ ਸਥਾਪਿਤ ਕੀਤਾ ਗਿਆ ਹੈ ਬੜਾ ਗੈਰ ਜ਼ਿੰਮੇਵਾਰੀ ਵਾਲਾ ਹੈ। ਚਾਹੇ ਉਹ ਸਾਡੀ ਅਫਸਰਸ਼ਾਹੀ ਹੈ, ਚਾਹੇ ਕਿਸੇ ਪੱਧਰ ਦੇ ਉੱਪਰ ਸਾਡੇ ਪਟਿਆਲੇ ਦੇ ਆਫੀਸਰ, ਚੰਡੀਗੜ੍ਹ ਦੇ ਆਫੀਸਰ, ਉਹਦਾ ਜਿਹੜਾ ਨੁਕਸਾਨ ਅੱਜ ਪੂਰੇ ਪੰਜਾਬ ਨੂੰ, ਪੂਰੇ ਭਾਰਤ ਨੂੰ, ਪੂਰੇ ਪਟਿਆਲੇ ਨੂੰ ਜਿਹੜਾ ਹੈਗਾ ਅਸੀਂ ਦੇਖਦੇ ਹਾਂ ਭੁਗਤਣਾ ਪੈ ਰਿਹਾ। ਮੈਂ ਬੜੇ ਦੁੱਖ ਦੇ ਨਾਲ ਇਹ ਗੱਲ ਤੁਹਾਡੇ ਅੱਗੇ ਬੋਲ ਰਿਹਾ ਕਿ ਜਿਸ ਸਿਸਟਮ ਦੇ ਵਿੱਚ 17 ਸਾਲ ਇੱਕ ਪ੍ਰੋਜੈਕਟ ਬੰਦ ਪਿਆ ਸੀਗਾ, ਅੱਜ ਤੱਕ ਕਦੇ ਕਿਸੇ ਨੇ ਉਸ ਦੀ ਜ਼ਿੰਮੇਵਾਰੀ ਜਾਂ ਕਿਸੇ ਦੀ ਜ਼ਿੰਮੇਵਾਰੀ ਨਿਰਧਾਰਿਤ ਨਹੀਂ ਕੀਤੀ ਕਿ ਇਹ ਪ੍ਰੋਜੈਕਟ ਕਿਹਨਾਂ ਕਾਰਨਾਂ ਕਰਕੇ ਡਿਲੇ ਹੋਇਆ। ਤੇ ਅੱਜ ਵੀ ਜਿਹੜੇ ਅੱਜ ਇਹ ਹੁਕਮ ਕੀਤੇ ਗਏ, ਅੱਜ ਮੈਨੂੰ ਬੜੇ ਦੁੱਖ ਤੇ ਅਫਸੋਸ ਦੇ ਨਾਲ ਆਪਣੀ ਜ਼ਿੰਮੇਵਾਰੀ ਨੂੰ ਨਿਭਾਉਣ ਦੇ ਲਈ, ਜਦੋਂ ਮੈਨੇ ਬਾਰ-ਬਾਰ ਜਿਹੜੇ ਸੀਗੀ ਇਹ ਸਾਰੇ ਜਿਹੜੇ ਡੀਓ ਲੈਟਰਸ ਮੈਨੇ ਆਪਣੇ ਚੀਫ ਸੈਕਟਰੀ ਲੋਕਲ ਬੋਡੀਜ਼, ਡਿਪਟੀ ਕਮਿਸ਼ਨਰ, ਡਾਇਰੈਕਟਰ, ਮਿਨਿਸਟਰ, ਜਿੱਥੇ ਮੈਂ ਆਪਣੀ ਪਹੁੰਚ ਕਰ ਸਕਦਾ ਸੀ ਨਿੱਜੀ ਤੌਰ ਤੇ ਮਿਲ ਕੇ ਵੀ ਉਹਨਾਂ ਦੇ ਨਾਲ ਕੀਤੀ। ਇਹਦੀ ਮੈਂ ਕਾਪੀ ਤੁਹਾਨੂੰ ਦੇਵਾਂਗਾ। ਉਸ ਦੇ ਉਪਰੰਤ ਵੀ ਅੱਜ ਤੱਕ ਉਸ ਪ੍ਰੋਜੈਕਟ ਨੂੰ ਸ਼ਿਫਟ ਕਰਨ ਵਾਸਤੇ ਕਿਸੇ ਨੇ ਕੋਈ ਵੀ ਕੰਮ ਦੀ ਪ੍ਰਤੀ ਕੋਈ ਜ਼ਿੰਮੇਵਾਰੀ ਨਹੀਂ ਨਿਭਾਈ। ਅੱਜ ਮੈਨੂੰ ਮਜਬੂਰਨ ਤੌਰ ਤੇ NGT ਦੇ ਕੋਲ ਪਹੁੰਚ ਕਰਨੀ ਪਈ, ਉੱਥੇ ਅਪੀਲ ਦਾਇਰ ਕਰਨੀ ਪਈ, ਜਿਸ ਦੇ ਨਾਲ ਮੈਂ ਆਪਣੇ ਪਟਿਆਲੇ ਦੇ ਲੋਕਾਂ ਦੇ ਜਿਹੜਾ ਜੀਵਨ, ਜਿਹੜਾ ਅੱਜ ਸਾਨੂੰ ਜਾਨਵਰਾਂ ਦੇ ਨਾਲ ਜੀਣ ਦੇ ਵਾਸਤੇ ਇਹਨਾਂ ਨੇ ਮਜਬੂਰ ਕੀਤਾ ਹੋਇਆ, ਇਸ ਕੁਰਸੀ ਦੇ ਉੱਪਰ, ਮੇਅਰ ਦੀ ਕੁਰਸੀ ਦੇ ਉੱਪਰ ਬੈਠ ਕੇ, ਇਸ ਸੰਵਿਧਾਨਿਕ ਪਦ ਦੇ ਉੱਪਰ ਬੈਠ ਕੇ ਇਸ ਕੰਮ ਨੂੰ ਪੂਰਾ ਕਰਨ ਦੇ ਲਈ ਮੈਨੂੰ NGT ਤੱਕ ਪਹੁੰਚ ਕਰਨੀ ਪਈ ਹੈ। ਤੇ ਮੈਂ ਆਪਣੀ ਜ਼ਿੰਮੇਵਾਰੀ ਨੂੰ ਨਿਭਾਉਣ ਦੇ ਵਾਸਤੇ ਹਰੇਕ ਤਰੀਕੇ ਦੇ ਨਾਲ ਜਿਹੜੇ ਜ਼ਿੰਮੇਵਾਰ ਮੇਰੀ ਲੱਗੀ ਹੈ, ਸਾਡੀ ਨਗਰ ਨਿਗਮ ਦੇ ਸਾਰੇ ਸਾਡੇ ਕੌਂਸਲਰ ਸਾਹਿਬਾਨ, ਸਾਡੇ ਸਾਥੀ ਪੂਰੇ ਬੈਠੇ ਆ। ਅਸੀਂ ਪਹਿਲਾਂ ਵੀ ਪੂਰੀ ਜ਼ਿੰਮੇਵਾਰੀ ਨਿਭਾਈ ਹੈ, ਅੱਜ ਵੀ
ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਜੋ ਸਾਡੀ ਲੋਕਾਂ ਦੇ ਪ੍ਰਤੀ ਜ਼ਿੰਮੇਵਾਰੀ ਬਣਦੀ ਹੈ ਉਹਨੂੰ ਨਿਭਾਵਾਂਗੇ। ਉਹਦੇ ਵਾਸਤੇ ਸਾਨੂੰ ਜੋ ਵੀ ਰਸਤਾ ਅਪਣਾਉਣਾ ਪਏਗਾ ਕਾਨੂੰਨ ਦੁਆਰਾ ਉਹ ਅਸੀਂ ਅਪਣਾਵਾਂਗੇ। ਇਹ ਇੱਕ ਬਹੁਤ ਵੱਡਾ ਗੱਠਜੋੜ ਅਫਸਰਾਂ ਤੇ ਲੀਡਰਾਂ ਦਾ ਬਣ ਜਾਂਦਾ ਹੈ, ਉਸ ਦੇ ਵਿੱਚ ਅਸੀਂ ਹਿੱਸਾ ਨਹੀਂ ਬਣਨਾ। ਸਾਨੇ ਜਿਹੜੀ ਕਿਸੇ ਵੀ ਪੱਧਰ ਦੇ ਉੱਪਰ ਕਿਸੇ ਵੀ ਚਾਹੇ ਕਿੱਡਾ ਮਰਜ਼ੀ ਵੱਡਾ ਲੀਡਰ ਹੋਵੇ, ਚਾਹੇ ਕਿੱਡਾ ਮਰਜ਼ੀ ਵੱਡਾ ਅਫਸਰ ਹੋਵੇ, ਉਹਦੀ ਜਿਹੜੀ ਜ਼ਿੰਮੇਵਾਰੀ ਸ਼ਬਦ ਹੈ, ਜਿਹੜੀ ਅੱਜ ਮਿਸ ਹੈ ਸਰਕਾਰ ਦੇ ਵਿੱਚ, ਜ਼ਿੰਮੇਵਾਰੀ ਸ਼ਬਦ ਕਿਤੇ ਮਿਲਦਾ ਨਹੀਂ, ਉਹ ਫਿਕਸ ਹੋਣੀ ਚਾਹੀਦੀ ਹੈ। ਉਹ ਚਾਹੇ ਇਸ ਦੇਸ਼ ਦਾ ਪ੍ਰਧਾਨ ਮੰਤਰੀ ਹੈ, ਮੁੱਖ ਮੰਤਰੀ ਹੈ, ਚਾਹੇ ਸਾਡੇ ਮਿਨਿਸਟਰ ਹੈ, ਚਾਹੇ ਸਾਡਾ ਮੇਅਰ ਹੈ, ਚਾਹੇ ਸਾਡੇ ਕਾਰਪੋਰੇਸ਼ਨ ਦਾ ਕਮਿਸ਼ਨਰ ਹੈ, ਚਾਹੇ ਡੀਸੀ ਹੈ, ਚਾਹੇ ਸੈਕਟਰੀ ਲੋਕਲ ਬੋਡੀਜ਼ ਹੈ, ਚਾਹੇ ਚੀਫ ਸੈਕਟਰੀ ਹੈ। ਉਸ ਦੇ ਵਾਸਤੇ ਇਹ ਅਸੀਂ ਹੁਣ ਉਪਰਾਲਾ ਕੀਤਾ ਹੈ। ਸਾਰਿਆਂ ਨੇ ਮਿਲ ਕੇ ਐਨਜੀਟੀ ਤੱਕ ਅਸੀਂ ਆਪਣੀ ਅਪੀਲ ਕੀਤੀ ਹੈ ਤਾਂ ਕਿ ਅਸੀਂ ਆਪਣੇ ਇਸ ਪ੍ਰੋਜੈਕਟ ਨੂੰ ਸਿਰੇ ਲਗਾ ਸਕੀਏ। ਮੈਂ ਆਸ ਕਰਦਾ ਹਾਂ ਕਿ ਮੈਂ ਆਪਣੀ ਗੱਲ, ਆਪਣੀ ਆਵਾਜ਼ ਪੰਜਾਬ ਦੇ ਲੋਕਾਂ ਤੱਕ, ਪੰਜਾਬ ਦੇ ਜਿਹੜੇ ਜ਼ਿੰਮੇਵਾਰ ਨਾਗਰਿਕਾਂ ਤੱਕ ਪਹੁੰਚਾ ਰਿਹਾ ਤੇ ਤੁਸੀਂ ਵੀ ਇਹਦੇ ਵਿੱਚ ਜਿਹੜਾ ਪੱਖ ਬਣਦਾ ਹੈ ਪਟਿਆਲੇ ਦੇ ਕੌਂਸਲਰ ਸਾਹਿਬਾਨ ਦਾ, ਪਟਿਆਲੇ ਦੀ ਕਾਰਪੋਰੇਸ਼ਨ ਦਾ, ਉਹ ਤੁਸੀਂ ਵਧੀਆ ਤਰੀਕੇ ਨਾਲ ਰੱਖੋਗੇ। ਜਿਸ ਤਰ੍ਹਾਂ ਕੀਤੀ ਗਈ ਹੈ ਤੇ ਤੁਸੀਂ ਕੀ ਮੰਗ ਕੀਤੀ ਹੈ ਜੀ? ਕੀ ਕੋਈ ਕਾਰਵਾਈ ਦੀ ਮੰਗ ਕੀਤੀ ਹੈ ਕਿਸੇ ਖਿਲਾਫ? ਜਿਹੜੀ ਐਨਜੀਟੀ ਦੀ ਅਪੀਲ ਹੈ ਉਹਦੇ ਵਿੱਚ ਜਿਹੜੇ ਕਾਰਨਾਂ ਦੇ ਕਰਕੇ ਇਸ ਪ੍ਰੋਜੈਕਟ ਨੂੰ ਸ਼ਿਫਟ ਹੋਣ ਤੋਂ ਰੋਕਿਆ ਗਿਆ, ਜਿਹੜਾ ਇਹਦੇ ਨਾਲ ਨੁਕਸਾਨ ਹੋਇਆ, ਜਿਹੜੀ ਐਨਜੀਟੀ ਦੀ ਗਾਈਡਲਾਈਨਸ ਹੈ ਉਹਦੀ ਵਾਇਲੇਸ਼ਨ ਹੋਈ, ਇਹਨੂੰ ਡਿਲੇ ਕੀਤਾ ਗਿਆ ਤੇ ਇਹਨੂੰ ਸਮੇਂ ਸਿਰ ਪੂਰਾ ਕੀਤਾ ਜਾਵੇ, ਤਾਂ ਇਸ ਦੇ ਵਾਸਤੇ ਜਿਹੜੀ ਹੈਗੀ ਐਨਜੀਟੀ ਦੇ ਵਿੱਚ ਅਸੀਂ ਅਪੀਲ ਕੀਤੀ ਹੈ। ਜੇ ਤੁਸੀਂ ਕੋਈ ਲੀਗਲ ਗੱਲ ਕਰਨੀ ਹੈ ਤਾਂ ਸਾਡੇ ਸਿਆਲ ਸਾਹਿਬ ਬੈਠੇ ਆ, ਤੁਹਾਨੂੰ ਇਹ ਦੱਸ ਸਕਦੇ ਉਹਦੇ ਬਾਰੇ। ਇਹਦੇ ਵਿੱਚ ਕਿਸੇ ਨੂੰ ਪਾਰਟੀ ਬਣਾਇਆ ਗਿਆ ਹੈ ਕਿ ਸਿੱਧੇ ਤੌਰ ਤੇ ਪ੍ਰਸ਼ਾਸਨ ਦੇ ਖਿਲਾਫ ਹੀ ਜਿਹੜੀ ਹੈ? ਇਹਦੇ ਵਿੱਚ ਪਾਰਟੀ ਜਿਹੜੀ ਹੈ ਜੀ ਚੀਫ ਮਿਨਿਸਟਰ ਪੰਜਾਬ ਨੂੰ, ਪੰਜਾਬ ਸਰਕਾਰ ਨੂੰ, ਡਿਪਟੀ ਕਮਿਸ਼ਨਰ ਨੂੰ, ਇਹਨਾਂ ਨੂੰ ਬਣਾਇਆ ਗਿਆ। ਤੇ ਤੁਸੀਂ ਕਿਸੇ ਜ਼ਿਕਰ ਕਰ ਰਹੇ ਸੀ ਮੋਬਾਈਲ ਦੇ ਉੱਤੇ ਵੀ ਕੰਮ ਰੋਕ ਦਿੱਤਾ ਗਿਆ, ਉਹ ਕੀ ਸੀ? ਉਹ ਜਿਹੜੀ ਸਾਰੇ ਕੁਝ ਇਹਦੇ ਵਿੱਚ ਮੈਂਸ਼ਨ ਹੈ ਜੀ, ਕਿਸ ਤਰੀਕੇ ਦੇ ਨਾਲ ਜਿਹੜਾ ਇੱਕ ਰਾਤ ਨੂੰ ਚੀਫ ਮਿਨਿਸਟਰ ਫੋਨ ਦੇ ਉੱਪਰ ਬਿਨਾਂ ਤੱਥਾਂ ਤੋਂ ਜਾਣੇ ਹੋਏ ਫੋਨ ਦੇ ਉੱਪਰ ਕੰਮ ਰੋਕਦਾ। ਉਸ ਦੇ ਬਾਵਜੂਦ ਅਸੀਂ ਆਪਣੇ ਮਾਨਯੋਗ ਸਾਡੇ ਮੁੱਖ ਮੰਤਰੀ ਸਾਹਿਬ ਦੀ ਸਤਿਕਾਰ ਕਰਦੇ ਹਾਂ। ਅਸੀਂ ਆਪ ਗਏ, ਸਾਡੇ ਮੈਂਬਰ ਪਾਰਲੀਮੈਂਟ ਮਹਾਰਾਣੀ ਪਰਨੀਤ ਕੌਰ, ਅਸੀਂ ਕੌਂਸਲਰ ਸਾਹਿਬਾਨ ਨੇ ਵੀ ਜਾ ਕੇ ਆਪਣੀ ਗੱਲ ਦੱਸੀ, ਡਿਪਟੀ ਕਮਿਸ਼ਨਰ ਜੀ ਨੇ ਵੀ 2 ਵਾਰੀ ਰਿਟਨ ਤੌਰ ਤੇ ਉੱਥੇ ਆਪਣੀ ਰਿਪੋਰਟ ਭੇਜੀ, ਕਮਿਸ਼ਨਰ ਨੇ ਵੀ ਭੇਜੀ। ਪਰ ਜਿਹੜੀ ਰਾਜਨੀਤਿਕ ਜਿਵੇਂ ਆਪਾਂ ਕਹਿ ਸਕਦੇ ਦਵੇਸ਼ ਦੇ ਕਾਰਨ ਮੈਂ ਤਾਂ ਅੱਜ ਇਹ ਕਹਾਂਗਾ ਕਿ ਜਿਹੜਾ ਸੀਗਾ ਇਹ ਰੁਕਿਆ ਗਿਆ। ਟੋਟਲ ਕਾਸਟ ਕਿੰਨੀ ਹੈ ਜੀ ਪ੍ਰੋਜੈਕਟ ਦੀ, ਜਿਹੜਾ ਰੁਕਿਆ ਪਿਆ ਸਾਰਾ ਇਹ, ਜਿਹੜਾ ਜਿਸ ਸ਼ਿਫਟ ਨਹੀਂ ਕਰ ਰਹੇ, ਟੋਟਲ ਕਾਸਟ ਕਿੰਨੀ ਹੈ ਪ੍ਰੋਜੈਕਟ ਦੀ? ਡੈਰੀ ਪ੍ਰੋਜੈਕਟ ਦੀ ਟੋਟਲ ਕਾਸਟ ਕਿੰਨੀ ਪਈ ਹੁਣ ਤੱਕ, ਜਿਹੜਾ ਚੱਲਣ ਨਹੀਂ ਦੇ ਰਹੇ ਇਹ? ਜਿਹੜਾ ਟੋਟਲ ਜੀ ਇਹਨੂੰ ਜ਼ਮੀਨ ਸਮੇਤ ਪਾ ਕੇ ਭੇਜੋਗੇ 13 ਕਰੋੜ ਤਾਂ ਸਾਨੂੰ ਸੈਲਫ ਫਾਈਨੈਂਸ ਦੇ ਵਿੱਚ ਹੀ ਸਾਡੇ ਕੋਲ ਆਇਆ ਜੀ। ਠੀਕ ਹੈ ਜੀ। ਤੇ ਲਗਭਗ 20 ਕਰੋੜ ਤੋਂ ਉੱਪਰ ਦੀ ਅਮਾਉਂਟ ਬਣਦੀ ਹੈ, 22 ਕਰੋੜ ਸਾਡੀ। ਹਾਂਜੀ। ਅਪੀਲ 'ਚ ਕਾਰਨ ਕੀ ਦੱਸਿਆ ਜੀ ਤੁਸੀਂ? ਹਾਂਜੀ, ਅਪੀਲ 'ਚ ਕੀ ਕਾਰਨ? ਅਪੀਲ ਦੇ ਵਿੱਚ ਤੁਹਾਨੂੰ ਦੇ ਦਾਂਗੇ ਸਾਰੀ ਜਿਹੜੀ ਇਹਦੀ ਡਿਟੇਲ ਜਿਹੜੀ ਹੈਗੀ, ਜਿਹੜੇ ਸੈਕਸ਼ਨਸ ਲੱਗੇ ਆ, ਜਿਹੜੇ ਕਾਰਨ ਹੈਗੇ, ਉਹ ਸਾਰਾ ਕੁਝ ਅਪੀਲ ਦੇ ਵਿੱਚ ਮੈਂਸ਼ਨ ਹੈ। ਪਿੱਛੇ ਜੇ ਡੀਸੀ ਸਾਹਿਬ ਨਾਲ ਮੀਟਿੰਗਾਂ ਵੀ ਹੋਈ ਸੀ ਜਦੋਂ ਤੁਹਾਡੇ ਹਨਾ, ਤੇ ਹੁਣ ਇਹਨਾਂ ਨੇ ਕੁਝ ਮੰਗਾਂ ਰੱਖੀਆਂ ਸੀ ਡੇਅਰੀ ਮਾਲਕਾਂ ਨੇ, ਤੇ ਉਹ ਕਹਿੰਦੇ ਸੀ ਜਿਵੇਂ ਕੋਈ ਗੁਰੂ ਨਾਨਕ ਨਗਰ ਰਹਿ ਰਿਹਾ ਜਾਂ ਕੋਈ ਰਾਘੋ ਮਾਜਰਾ ਰਹਿ ਰਿਹਾ, ਕਹਿੰਦੇ ਜੀ ਸਾਨੂੰ ਜਾਣ ਨੂੰ ਉੱਥੇ ਬੜਾ ਮੁਸ਼ਕਲ ਹੈ, ਵੀ ਦੂਰ ਪੈ ਜਾਏਗਾ ਬਹੁਤ ਜ਼ਿਆਦਾ, ਕੁਝ ਇੱਕ ਰੇਟ ਦੀ ਮੰਗ ਸੀ ਉਹਨਾਂ ਦੀ। ਜਿਹੜੀ ਭਾਜੀ ਬਿਲਕੁਲ ਤੁਹਾਡੀ ਗੱਲ ਜਾਇਜ਼ ਹੈ, ਮੰਗ ਤੁਸੀਂ ਮੈਂ ਸਾਰਿਆਂ ਨੇ ਕਰਨੀ ਹੈ। ਆਪਣਾ ਦੇਸ਼ ਜਿਹੜਾ 130-35 ਕਰੋੜ ਦਾ, ਸਾਰੇ ਮੰਗ ਕਰ ਸਕਦੇ, ਪਰ ਉਹਨੂੰ ਪੂਰਾ ਕਰਨ ਦੇ ਵਾਸਤੇ ਇੱਕ ਸਿਸਟਮ ਸੈੱਟ ਹੋਇਆ ਪਿਆ। ਇਹ ਸਾਰੀ ਪ੍ਰਕਿਰਿਆ ਉਸ ਸਿਸਟਮ ਦੇ ਵਿੱਚੋਂ ਨਿਕਲ ਕੇ ਗਈ ਸੀ। ਮੰਗ ਮੈਂ ਵੀ ਕਰਦਾ, ਮੰਗ ਤੁਸੀਂ ਵੀ ਕਰਦੇ ਹੋ। ਉਸ ਤੋਂ ਬਾਅਦ ਸਰਕਾਰ ਦਾ ਕੰਮ ਕਰਨ ਦਾ ਜਨਰਲ ਹਾਊਸ ਹੈ, ਜਨਰਲ ਹਾਊਸ ਤੋਂ ਬਾਅਦ ਸਾਡੀ ਟੈਕਨੀਕਲ ਟੀਮ ਹੈ, ਫਿਰ ਸਾਡੇ ਫਾਈਨੈਂਸ਼ੀਅਲ ਜਿਹੜੇ ਸਿਸਟਮ ਨੂੰ ਦੇਖ ਕੇ ਕਿ ਕਿਸ ਤਰੀਕੇ ਦੇ ਨਾਲ ਇਹਨੂੰ ਪੂਰਾ ਕਰਨਾ ਹੈ। ਐਨਜੀਟੀ ਦੀ ਗਾਈਡਲਾਈਨ ਸੀਗੀਆਂ, ਉਹਨਾਂ ਨੂੰ ਪੂਰਾ ਕੀਤਾ ਗਿਆ। ਉੱਥੇ ਜਿਹੜਾ ਸੀਵਰ ਦਾ, ਪਾਣੀ ਦਾ, ਜਿਹੜੀ ਚੀਜ਼ਾਂ ਪ੍ਰਾਇਓਰਟੀ 'ਤੇ ਚਾਹੀਦੀਆਂ ਸੀਗੀਆਂ, 2 ਵਾਰੀ ਉਹ ਹਾਈ ਕੋਰਟ ਵੀ ਗਏ, ਹਾਈ ਕੋਰਟ ਦੇ ਵਿੱਚ ਵੀ ਜਾ ਕੇ ਉਹਨਾਂ ਨੇ ਆਪਣਾ ਪੱਖ ਰੱਖਿਆ। ਅੱਜ ਦਾ ਸਿਰਫ ਜਿਹੜਾ ਸੀਗਾ ਸੀ ਇੱਕ ਜਿਹੜਾ ਐਨਜੀਟੀ ਦੇ ਵਿੱਚ ਅਸੀਂ ਆਪਣੀ ਅਪੀਲ ਦਾਇਰ ਕੀਤੀ ਹੈ ਕਾਰਪੋਰੇਸ਼ਨ ਦੇ ਬਸ ਇਹੀ ਅੱਜ ਮੁੱਖ ਮੁੱਦਾ ਹੈ ਕਿ ਅਸੀਂ ਐਨਜੀਟੀ ਦੇ ਵਿੱਚ ਆਪਣੇ ਪ੍ਰੋਜੈਕਟ ਨੂੰ ਸ਼ਿਫਟ ਕਰਨ ਵਾਸਤੇ ਕਿ ਸਾਡੀ ਜਲਦੀ ਕੋਈ ਡਾਇਰੈਕਸ਼ਨਸ ਇਸ਼ੂ ਕੀਤੀਆਂ ਜਾਣ, ਤੇ ਜਿਹੜੀ ਕੰਸਰਨਡ ਅਥਾਰਟੀਜ਼ ਨੇ ਕੋਈ ਨੈਗਲੀਜੈਂਸੀ ਕੀਤੀ ਹੈ, ਕੋਈ ਗੈਰ ਜ਼ਿੰਮੇਵਾਰੀ ਵਾਲਾ ਰਵੱਈਆ ਬਣਾਇਆ, ਉਹਨਾਂ ਦੇ ਉੱਪਰ ਜ਼ਰੂਰ ਕਾਰਵਾਈ ਹੋਣੀ ਚਾਹੀਦੀ ਹੈ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਸਰਕਾਰ ਦੇ ਅਫਸਰ ਕੰਮਕਾਰ ਦੇ ਪ੍ਰਤੀ ਜ਼ਿੰਮੇਵਾਰ ਰਹਿਣ। ਇਹ ਇੱਕ ਫੈਸਲਾ ਦੀ ਅਸੀਂ ਉਡੀਕ ਕਰਦੇ ਹਾਂ ਕਿ ਆਉਣ ਵਾਲੇ ਭਵਿੱਖ 'ਚ ਹੋਏ। ਠੀਕ ਹੈ।
ਹੋ ਜਾ ਰਿਹਾ ਹੈ। ਦੇਖੋ ਜਿਹੜਾ ਪ੍ਰੋਜੈਕਟ ਰੋਕਿਆ ਜਾ ਰਿਹਾ ਹੈ ਇਹਦੇ ਪਿੱਛੇ ਜ਼ਿੰਮੇਵਾਰ ਤਾਂ ਜਿਹੜਾ ਸਾਡੇ ਕੰਮਕਾਰ ਕਰਨ ਦੇ ਸਰਕਾਰ ਦੇ ਤਰੀਕੇ ਹੈ, ਸਭ ਤੋਂ ਵੱਡੇ ਦਾ ਜ਼ਿੰਮੇਵਾਰ ਉਹ ਹੈ। ਬਿਲਕੁਲ ਇਸ ਨੂੰ ਚਾਹੇ ਰਿਕਾਰਡ ਦੇ ਉੱਪਰ ਲੈ ਕੇ ਗੱਲ ਕਰੋ। ਇੱਕ ਤੁਹਾਨੂੰ ਮੈਂ 3 ਦਿਨ ਪਹਿਲਾਂ ਦੀ ਉਦਾਹਰਨ ਦੇ ਸਕਦਾ। ਸਾਡੇ ਕਿਸੇ ਦੋਸਤ ਦੀ ਡੈਥ ਹੋ ਗਈ।